अस्सलाम वालेकुम दोस्तों, की हाल है ਤੁਹਾਡਾ? सेहत भी है ठीक है माशाल्लाह। दोस्तों मौसम चेक करो, अज अल्लाह ताला ने किड्डा ज़बरदस्त मौसम बनाया। सुबह सुबह तकरीबन 6 ਦਾ टाइम है तो मौसम चेक करो अल्हम्दुलिल्लाह। अल्लाह ताला दी बड़ी करम नवाजी। कल भी बारिश हुई सी पार्क ਵਿੱਚ, हजे भी ਤੁਹਾਨੂੰ पानी नज़र आ रहा ਹੁਣ काफ़ी सारा पानी ਜਿਹੜਾ निकल गया ਤੇ ਬਾਰਿਸ਼ ਦੇ ਵਿੱਚ ਸੁਫਿਆਨ ਤੇ ਉਹਦੇ ਸਾਰੇ ਦੋਸਤ ਕੱਲ ਸਾਰਾ ਦਿਨ ਇਹ ਪਾਰਕ ਦੇ ਵਿੱਚ ਨਾ ਮਸਤੀਆਂ ਹੀ ਕਰਦੇ ਰਹੇ, ਖੇਲਦੇ ਰਹੇ ਤੇ ਅਲਹਮਦੁਲਿਲਾ ਹੁਣ ਫੇਰ ਸਵੇਰ ਸਵੇਰ ਬੜਾ ਖੂਬਸੂਰਤ ਜਿਹਾ ਮੌਸਮ ਬਣਿਆ। ਦਰਖਤਾਂ ਤੇ ਤੁਸੀਂ ਚੈੱਕ ਕਰ ਸਕਦੇ ਹੋ, ਹਵਾ ਬਹੁਤ ਤੇਜ਼ ਚੱਲਣ ਦੀ ਹੈ ਇਸ ਟਾਈਮ। ਹਵਾ ਦੇ ਨਾਲ ਲਹਿਲਹਾ ਰਹੇ ਨੇ ਦਰਖਤ ਸਾਰੇ ਪਾਸੇ। ਇੱਧਰ ਸਾਹਮਣੇ ਚੈੱਕ ਕਰੋ, ਓਏ ਹੋਏ ਇਸ ਤਰ੍ਹਾਂ ਲੱਗਦਾ ਜਿਵੇਂ ਮਰੀ ਦੇ ਵਿੱਚ ਬੰਦਾ ਫਿਰ ਰਿਹਾ ਨਾ, ਸੇਮ ਉਹੀ ਸਿਚੁਏਸ਼ਨ ਬਣੀ ਹੋਈ ਹੈ। ਤੇ ਦੋਸਤੋ ਹੁਣ ਨਿਕਲ ਆਈ ਹੈ ਧੁੱਪ, ਬੱਦਲ ਹਜੇ ਵੀ ਹੈਗੇ ਲੇਕਿਨ ਧੁੱਪ ਨਿਕਲ ਆਈ ਤੇ ਨਾਲ ਹੀ ਸਾਡੀ ਗੱਡੀ ਚੈੱਕ ਕਰੋ, ਗੱਡੀ नहीं हैगी। ਗੱਡੀ ਕਿਤੇ ਗਈ हुई है? ਗੱਡੀ गई है विक। ਗੱਡੀ किधर गई है भला? गाड़ी बिक गई है। हाँ जी, गाड़ी हमने बेच दी है और ना अब मैं जा रहा हूँ उस गाड़ी के पैसे लेने। हाँ जी, और गाड़ी के पैसे हमने कैश की सूरत में नहीं लेंगे, हम लेंगे अपने अकाउंट में और अकाउंट में फ़ौरन आगे ट्रांसफ़र कर देंगे जिस जगह पे ज़रूरत है। तो इसलिए मैं जा रहा हूँ, फिर अपना ख्याल रखो ठीक है। ओके गाड़ी जी। गाइस आपने एक गेम का नाम तो सुना ही होगा, स्टीला ब्रेन रोड। स्टीला स्टेला के स्टीला स्टील आ ब्रेन रोड। स्टील आ ब्रेन रोड। गाइस अच्छा, आपने उसका नाम तो सुना ही होगा। उस गेम में मेरे पास 2 सीक्रेट है। एक बंदे को मैंने दोस्त बनाया, उससे मैंने थोड़ी ले लिए हैं। अच्छा। फिर मैंने एक और मांगा, उसने दिया नहीं। मैंने बॉडी स्वैप पोशन लिया, ट्रैप लिए अच्छा और उस पे बैठ गया ट्रैप पे। अच्छा। जैसे वो है बॉडी स्वैप कर लिया और उसका और चोरी कर लिया सीक्रेट। ऐसे भी होता है गेम में? हाँ जी, सीक्रेट यार, होते हैं। रियल लाइफ उसने में नहीं ऐसे करना है। पहले एक सीक्रेट लिया मैंने है और फिर दूसरा सीक्रेट भी ले लिया। अच्छा हुआ भाई, ये गेम में चलता है सिर्फ। वैसे मेरा बेबी बहुत प्यारा है। अच्छा ठीक है, फिर मैं जा रहा हूँ। ओके ਬਾਏ। ਗੱਡੀ ਦੋਸਤੋ ਆਲਰੇਡੀ ਕੱਲ ਇਤਵਾਰ ਸੀ ਤੇ ਕੱਲ ਜਾ ਕੇ ਉੱਥੇ ਸੇਲ ਕਰ ਦਿੱਤੀ ਤੇ ਅੱਜ ਜਿਹੜੀ ਇਹ ਡਾਕੂਮੈਂਟੇਸ਼ਨ ਵਗੈਰਾ ਉਹ ਸਾਰੀ ਉੱਥੇ ਡੋਗਰ ਮੋਟਰ ਤੇ ਕੰਪਲੀਟ ਹੋਏਗੀ ਤੇ ਉਹਨਾਂ ਦੀ ਗੱਡੀ ਹੈਂਡਓਵਰ ਕਰ ਦਾਂਗੇ। ਗੱਡੀ ਉੱਥੇ ਡੋਗਰ ਮੋਟਰ ਤੇ ਖੜੀ ਹੋਈ ਤੇ ਬਾਕੀ ਜਿੰਨੀ ਵੀ ਪੇਮੈਂਟ ਵਗੈਰਾ ਉਹ ਮੇਰੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਜਾਏਗੀ। ਪੈਦਲ ਜਾਣਾ ਹੈ ਕਿਉਂਕਿ ਬਾਈਕ ਚੋਰੀ ਹੋ ਗਈ ਹੈ, ਗੱਡੀ ਸੇਲ ਕਰ ਦਿੱਤੀ ਤੇ ਇਸ ਵਜ੍ਹਾ ਤੋਂ ਹੁਣ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰਕੇ ਤੇ ਅਸੀਂ ਜਾਵਾਂਗੇ ਡੋਗਰ ਮੋਟਰ। ਇੱਧਰ ਵੇਖੋ, ਉਦੋਂ ਨੇ ਖੇਡਣ ਡਿਆ ਸੀ ਉੱਥੇ ਤੇ ਅੱਜ ਪਤੰਗ ਡਾਣ ਡਿਆ। ਇਹਨੇ ਦੁਕਾਨ ਚਲਾਣੀ, ਆ ਵੇਖੋ ਦੁਕਾਨ ਚਲਾਣੀ। ਹੋਰ ਕੀ ਹਾਲ ਹੈ? ਠੀਕ ਹੈ। हाँ जी। ਪਤੰਗ ਤੈਨੂੰ ਪਤਾ ਉਡਾਣਾ ਮਨਾ? हाँ जी। ਪੁਲਿਸ ਫੜ ਲੈਂਦੀ ਤੇ ਕਿਉਂ ਚਲਾਣ ਡਿਆ? वैसे ਵੈਸੇ ਹੀ। ਹੋਰ ਠੀਕ ਹੈ। ਅੱਜ ਦੋਸਤੋ ਤਕਰੀਬਨ 4 ਤੋਂ 5 ਸਾਲ ਬਾਅਦ ਮੈਂ ਰਕਸ਼ੇ ਦੇ ਵਿੱਚ ਬੈਠਾ ਹੋਇਆ। ਤਕਰੀਬਨ 4-5 ਸਾਲ ਹੋ ਗਏ, ਅੰਦਾਜ਼ਾ ਮੈਨੂੰ ਯਾਦ ਨਹੀਂ ਹੈਗਾ। ਤੇ ਮੈਂ ਨਾ ਗੱਡੀ ਦੇ ਵਿੱਚ ਸੀ ਤੇ ਲੇਕਿਨ ਗੱਡੀ ਮਿਲੀ ਨਹੀਂ ਤੇ ਹੋ ਸਕਦਾ ਥੋੜਾ ਲੇਟ ਹੋਵਾਂ, ਲੇਕਿਨ ਇਹ ਕਹਿੰਦੇ ਲੇਟ ਪਹੁੰਚਣਾ ਨਾ ਪਹੁੰਚਣਾ ਨਾਲੋਂ ਬਿਹਤਰ ਹੈ। ਆਸਤਾ ਆਸਤਾ ਜਾ ਰਹੇ हैं। एक सामने प्यारा जब बीवी बेटा, क्या नाम है भाई आपका? मोहम्मद। कौन सी क्लास में पढ़ते हो? 2 में। अच्छा, क्या खा रहे थे आप? इसकी जेब में ना टॉफी है, एक एक करके निकाल के खा रहा है। कुछ तो हवा भी सर्द थी, कुछ था तेरा ख्याल भी, दिल को खुशी के साथ साथ होता रहा मलाल भी। बात वो आधी रात की, रात वो पूरे चांद की, चांद भी ऐन चेत का, उस पे तेरा जमाल भी। सबसे नज़र बचा के वो मुझको कुछ ऐसे देखता, एक दफ़ा तो रुक गई गर्दशे माह साल की। फाइनली दोस्तों डोगर मोटर ਤੇ ਪਹੁੰਚ ਚੁੱਕੇ ਹਾਂ। ਸਾਹਮਣੇ ਹੈਗਾ ਡੋਗਰ ਮੋਟਰ, ਇਹਦੇ ਆਪੋਜ਼ਿਟ ਦੇਖੋ ਬੜੇ ਪਿਆਰੇ ਖੂਬਸੂਰਤ ਜਿਹੇ ਖੇਤ ਨੇ। ਖੇਤ ਵੀ ਕਿਹੜੇ ਪਿੰਡ ਦੇ ਨੇ ਤੇ ਅੰਦਾਜ਼ੀ ਆ ਸਾਹਮਣੇ 84 ਚੱਕ ਕੇ 84 ਡੱਲਾ ਚੰਦਾ ਸਿੰਘ ਬੜਾ ਮਸ਼ਹੂਰ ਮਰੂਫ ਸ਼ਾਹਕੋਟ ਦੇ ਨਾਲ ਤੇ ਸਾਹਮਣੇ ਹੀ 83 ਤੇ ਇੱਧਰ 84 ਦੋਵੇਂ ਆਮਣੇ ਸਾਹਮਣੇ ਪਿੰਡ ਨੇ। ਬੜੇ ਪਿਆਰੇ ਖੂਬਸੂਰਤ ਝੋਨੇ ਦੇ ਖੇਤ ਤੇ ਨਜ਼ਰ ਆ ਰਹੇ ਹੋਣੇ ਨੇ ਤੇ ਹੁਣ ਚੱਲਦੇ ਆ ਅਸੀਂ ਅੰਦਰ। ਸਾਹਮਣੇ ਖੜੀ ਹੋਈ ਸਾਡੀ ਸ਼ਹਿਜ਼ਾਦੀ, ਜਿਹਨੂੰ ਕਿ ਅਸੀਂ ਇੱਕ ਫੈਮਿਲੀ ਮੈਂਬਰ ਦੇ ਹਿਸਾਬ ਨਾਲ ਰੱਖਿਆ ਹੋਇਆ ਸੀ। ਰਿਜ਼ਕ ਰੈਸਟੋਰੈਂਟ ਐਂਡ ਕੈਫੇ ਵੀ ਨਾਲ ਹੈ ਤੇ ਇੱਧਰਲੀ ਸਾਈਡ ਤੇ ਹੈਗਾ ਡੋਗਰ ਮੋਟਰ ਸੈਂਟਰ। ਤੇ ਆਹ ਕੁਛ ਗੱਡੀਆਂ ਐਸੀਆਂ ਜਿਹੜੀਆਂ ਕਿ ਵਿਕ ਗਈਆਂ ਸੀ ਕੱਲ, ਇੱਥੇ ਹੀ ਖੜੀਆਂ ਹੋਈਆਂ। ਆਹ ਸਾਡੀ ਗੱਡੀ ਖੜੀ ਹੋਈ ਮਾਸ਼ਾਅੱਲਾ, ਦੇਖ ਸਕਦੇ ਹੋ ਤੁਸੀਂ, ਸਾਫ਼ ਸੁਥਰੀ ਸੀ। ਦੋਸਤੋ ਡੋਗਰ ਮੋਟਰ ਨਨਕਾਣਾ ਵਾਲੇ ਸ਼ਾਹਕੋਟ ਬ੍ਰਾਂਚ, ਉਹਨਾਂ ਦੇ ਆਫਿਸ ਦੇ ਬਾਹਰਲੀ ਸਾਈਡ ਤੇ ਉੱਤੇ ਬਾਲਕਨੀ ਦੇ ਵਿੱਚ ਖੜਾ ਹੋਇਆ ਮੈਂ। ਆ ਤੁਸੀਂ ਦੇਖ ਲਓ ਸਾਹਮਣੇ ਗੱਡੀਆਂ ਲੱਗੀਆਂ, ਸਾਰੀਆਂ ਗੱਡੀਆਂ ਕੱਲ ਇਤਵਾਰ ਸੀ, ਇਤਵਾਰ ਵਾਲੇ ਦਿਨ ਸਾਰੇ ਦੀਆਂ ਸਾਰੀਆਂ ਜਿਹੜੀਆਂ ਸੇਲ ਹੋ ਗਈਆਂ। ਬਿਆਨੇ ਤੇ ਖੜੀਆਂ ਤੇ ਜਿਵੇਂ ਜਿਵੇਂ ਬਿਆਨਾ ਹੁੰਦਾ ਜਾਏਗਾ ਪੈਸੇ ਪੇਮੈਂਟ ਹੁੰਦੀ ਜਾਏਗੀ, ਕਾਗਜ਼ਾਤ ਵੈਰੀਫਿਕੇਸ਼ਨ ਹੁੰਦੇ ਜਾਣਗੇ, ਨਿਕਲਦੀਆਂ ਜਾਣਗੀਆਂ। ਮੇਰੀ ਗੱਡੀ ਹੈ ਜੋ ਸਾਹਮਣੇ ਖੜੀ ਹੈ, ਜਿੰਨੇ ਵੀ ਕਾਗਜ਼ਾਤ ਨੇ ਵੈਰੀਫਾਈ ਹੋਣ ਵਾਲੇ ਨੇ, ਵੈਰੀਫਾਈ ਹੋਣਗੇ ਉਸ ਤੋਂ ਬਾਅਦ ਮੈਨੂੰ ਪੇਮੈਂਟ ਮਿਲੇਗੀ ਤੇ ਮੈਂ ਵੀ ਚਲੇ ਜਾਵਾਂਗਾ ਤੇ ਭਾਈ ਹੋਰੀ ਗੱਡੀ ਹੋ ਸਕਦਾ ਕਿ ਲੈ ਜਾਣ ਜਾਂ ਇੱਥੇ ਹੀ ਸੇਲ ਕਰਨੀ ਚਾਹੇ ਤੇ
ਅਗਲੇ ਬੁੱਧ ਐਤਵਾਰ, ਕਿਉਂਕਿ ਇੱਥੇ ਬਹੁਤ ਸਾਰੇ ਇਨਵੈਸਟਰ ਵੀ ਹੁੰਦੇ, ਉਹ ਵੀ ਖਰੀਦ ਲੈਂਦੇ ਕਿ ਤੁਹਾਡੀ ਗੱਡੀ ਨਹੀਂ ਵਿਕ ਰਹੀ ਤੇ ਇਨਵੈਸਟਰ ਹਜ਼ਰਾਤ ਇੱਥੇ ਗੱਡੀ ਖਰੀਦ ਲੈਂਦੇ। ਤੇ ਸਰਦਾਰ ਅਲੀ ਬਾਈ ਜਿਹੜੇ ਉਹ ਇੱਥੇ ਮੈਨੇਜ ਕਰਦੇ ਆ ਇਸ ਜਗ੍ਹਾ ਨੂੰ, ਉਹ ਇੱਥੇ ਸਾਰੀਆਂ ਇੱਥੇ ਤੁਸੀਂ ਦੇਖੋਗੇ ਨਾ ਐਤਵਾਰ ਬੁੱਧ ਜਾਂ ਜੁਮੇ ਨੂੰ ਆਓ ਤੇ ਆ ਸਾਰਾ ਪਾਰਕ ਜਿਹੜਾ ਦਾ ਛੋਟਾ ਪੈ ਜਾਂਦਾ, ਰਸ਼ ਇੰਨਾ ਲੱਗ ਜਾਂਦਾ। ਸਾਹਮਣੇ ਰੋਡ ਦੇ ਉੱਤੇ ਤੁਸੀਂ ਦੇਖੋਗੇ ਨਾ ਸਾਰੇ ਗੱਡੀਆਂ ਖੜੀਆਂ ਹੋ ਜਾਂਦੀਆਂ, ਇੰਨਾ ਰਸ਼ ਲੱਗ ਜਾਂਦਾ। ਲੋਕਾਂ ਨੂੰ ਜਦੋਂ ਪਰੇਸ਼ਾਨੀ ਜਾਂ ਉਹਨਾਂ ਕਮੀ ਹੈ ਉਹ ਦੂਰ ਕਰਦੇ ਹੋ ਕਿਸੇ ਵੀ ਚੀਜ਼ ਦੇ ਵਿੱਚ, ਉਹ ਤੁਸੀਂ ਕਰਿਆਨੇ ਦੀ ਦੁਕਾਨ ਪਾ ਕੇ ਕਰ ਸਕਦੇ ਹੋ, ਤੁਸੀਂ ਬਿਜਲੀ ਦੇ ਵਿੱਚ ਕੋਈ ਵੀ ਚੀਜ਼, ਜਦੋਂ ਤੁਸੀਂ ਲੋਕਾਂ ਦੇ ਮਸਾਇਲ ਹੱਲ ਕਰਨੇ ਸ਼ੁਰੂ ਕਰ ਦਿੰਦੇ ਹੋ ਨਾ, ਫਿਰ ਤੁਸੀਂ ਕਾਮਯਾਬ ਹੀ ਕਾਮਯਾਬ ਹੋ। ਇਹਨਾਂ ਨੇ ਮਸਾਇਲ ਇਹ ਹੱਲ ਕੀਤਾ ਕਿ ਸਭ ਤੋਂ ਵੱਡਾ ਜਿਹੜਾ ਸਕੈਮ ਹੁੰਦਾ ਸੀ ਪਾਕਿਸਤਾਨ ਦੇ ਵਿੱਚ, ਕਿ ਤੁਸੀਂ ਗੱਡੀ ਲੈ ਲੈਂਦੇ ਸੀ ਕਿਸੇ ਵੀ ਬੰਦੇ ਕੋਲੋਂ, ਬੇਸ਼ੱਕ ਉਹ ਡੀਲਰ ਕੋਲੋਂ ਵੀ ਲੈ ਦਿੰਦੇ ਹੋ, ਉਹ ਡੀਲਰ ਬਾਹਰ ਨਿਕਲ ਜਾਂਦਾ ਸੀ, ਜਿਹੜਾ ਫਿਰ ਖਰੀਦਣ ਵਾਲਾ ਜਾਂ ਫਰੋਖਤ ਕਰਨ ਵਾਲਾ ਉਹ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਫਿਰ ਗੁੱਥਮ ਗੁੱਥਾ ਹੁੰਦੇ ਸੀ, ਕੋਈ ਕਾਗਜ਼ ਦਾ ਮਸਲਾ। ਲੇਕਿਨ ਇੱਥੇ ਇਹ ਚੀਜ਼ ਇਹਨਾਂ ਨੇ ਖਤਮ ਕੀਤੀ ਤੇ ਇਸ ਵਜ੍ਹਾ ਤੋਂ ਇਹ ਕਾਮਯਾਬ ਹੋਏ, ਕਿਉਂਕਿ ਜਿਵੇਂ ਜਿਵੇਂ ਲੋਕ ਫੈਸਿਲਿਟੇਟ ਹੋਣ ਉਹ ਕਾਮਯਾਬੀ ਫਿਰ ਮਿਲਦੀ। ਆ ਦੇਖੋ ਆਫਿਸ ਲਿਖਿਆ ਹੋਇਆ, ਇਹਦੇ ਅੰਦਰਲੀ ਸਾਈਡ ਤੇ ਕਾਗਜ਼ ਚੈੱਕ ਹੁੰਦੇ, ਮਹਿਕਮਾ ਐਕਸਾਈਜ਼ ਦੀ ਤਰਫੋਂ ਅਥੈਂਟਿਕ ਰਿਪੋਰਟ ਮਿਲਦੀ, ਫਿਰ ਗੱਡੀ ਦੀ ਇੱਕ ਸ਼ੀਟ ਲੱਗਦੀ। ਭਾਈ ਇਹ ਸ਼ੀਟ ਨੂੰ ਕੀ ਕਹਿੰਦੇ ਵਾਲਾ? ਇੰਸਪੈਕਸ਼ਨ ਸ਼ੀਟ। ਹਾਂਜੀ, ਇੱਕ ਇੰਸਪੈਕਸ਼ਨ ਸ਼ੀਟ ਜਾਰੀ ਕਰਦੇ ਡੋਗਰ ਮੋਟਰ ਵਾਲੇ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਕੱਲ ਮੈਂ ਖੁਦ ਬੰਦਿਆਂ ਨੂੰ ਵੇਖਿਆ, ਚੀਚਾਵਤਰੀਆਂ ਬੰਦੇ ਆਏ ਸੀ, ਉਹਨਾਂ ਨੇ ਇੱਕ ਗੱਲ ਆਪਸ ਕਰਨ ਰਹੇ ਸੀ, ਯਾਰ ਇੱਥੇ ਗੱਡੀ ਸੇਲ ਕਰਨ ਦਾ ਇੱਕ ਸਭ ਤੋਂ ਵੱਡਾ ਫਾਇਦਾ ਕਿ ਤੁਹਾਨੂੰ ਕੋਈ 2 ਨੰਬਰੀ ਦਾ ਕਿਸੇ ਕਿਸਮ ਦਾ ਖਤਰਾ ਨਹੀਂ ਹੈਗਾ, ਕੋਈ ਫਿਕਰ ਨਹੀਂ ਹੈਗੀ। ਤੁਸੀਂ ਗੱਡੀ ਜਿਵੇਂ ਲੈ ਕੇ ਜਾਣੀ ਹੈ ਤੇ ਉਸ ਤਰ੍ਹਾਂ ਹੀ ਲੈ ਕੇ ਆਉਣੀ। ਹਾਂ, ਅਗਰ ਕੋਈ ਬੰਦਾ ਇੱਥੇ ਕੋਈ ਇਸ ਤਰ੍ਹਾਂ ਦੀ ਇਲੀਗਲ ਚੀਜ਼ ਲੈ ਕੇ ਆਉਂਦਾ ਤੇ ਇਹ ਫਿਰ ਉਹਦੇ ਵਾਸਤੇ ਤੇ ਬੜਾ ਹੀ ਨੁਕਸਾਨ ਹੁੰਦਾ, ਕਿਉਂਕਿ ਇਹਨਾਂ ਨੇ ਫੌਰਨ ਉੱਪਰ ਇਤਲਾਹ ਕਰਨੀ ਹੁੰਦੀ ਉਹ ਮੁਤਲਕਾ ਮਹਿਕਮੇ ਨੂੰ, ਉਹ ਫਿਰ ਆਪਣੀ ਕਾਰਵਾਈ ਕਰਦੇ। ਤੇ ਇਸ ਵਜ੍ਹਾ ਤੋਂ ਜ਼ਿਆਦਾਤਰ ਲੋਕ ਜਿਹੜੇ ਇਹਨਾਂ ਤੇ ਰਿਲਾਈ ਕਰਦੇ, ਇਹਨਾਂ ਤੇ ਟਰਸਟ ਕਰਦੇ ਤੇ ਇਹ ਕਾਮਯਾਬੀ ਹੋ। ਹੁਣ ਤੁਹਾਨੂੰ ਅੰਦਰ ਆਫਿਸ ਦੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਂਦੇ ਆ ਕਿੱਦਾਂ ਜ਼ਬਰਦਸਤ ਆਫਿਸ ਹੈ। ਫਿਰ ਕਾਗਜ਼ ਕਿੱਥੇ ਚੈੱਕ ਹੁੰਦੇ ਹੈ, ਮਾਸ਼ਾਅੱਲਾ ਆਫਿਸ ਹੈ। ਇੱਥੇ ਤੁਸੀਂ ਇਹ ਵੇਟਿੰਗ ਰੂਮ ਹੈ, ਜਦੋਂ ਕਾਗਜ਼ ਵੈਰੀਫਾਈ ਹੁੰਦੇ ਰਸ਼ ਹੁੰਦਾ ਤੇ ਫਿਰ ਇੱਥੇ ਬੈਠ ਸਕਦੇ ਹੋ। ਆਫਿਸ ਜਿਹੜਾ ਇੱਥੋਂ ਅੱਗੇ ਸ਼ੁਰੂ ਹੋ ਜਾਂਦਾ। ਆ ਦੇਖੋ ਹਜੇ ਵੀ ਤੁਸੀਂ ਵੇਖੋ ਨਾ ਕਿੰਨਾ ਰਸ਼ ਹੈ, ਹਾਲਾਂਕਿ ਅੱਜ ਕੋਈ ਗੱਡੀ ਸੇਲ ਨਹੀਂ ਹੋਈ, ਕੋਈ ਖਰੀਦੀ ਨਹੀਂ ਗਈ ਤੇ ਇਸ ਦੇ ਬਾਵਜੂਦ ਇੰਨਾ ਰਸ਼ ਹੈ। ਉਹ ਸ਼ੁਰੂ ਤੋਂ ਲੱਗ ਕੇ ਤੇ ਇੱਥੇ ਸਾਰੇ ਜਿਹੜੇ ਕਾਗਜ਼ਾਤ ਟੈਸਟ ਹੁੰਦੇ ਨੇ, ਹਰ ਚੀਜ਼ ਦੀ ਵੈਰੀਫਿਕੇਸ਼ਨ ਹੁੰਦੀ, ਉਸ ਤੋਂ ਬਾਅਦ ਫਿਰ ਅੱਗੇ ਗੱਡੀ ਜਿਹੜਾ ਅੱਗੇ ਖਰੀਦਦਾਰ ਹੁੰਦਾ ਉਹਨੂੰ ਮੁੰਤਕਿਲ ਕੀਤਾ। ਹਾਂ ਆਫਿਸ ਜਨਾਬ, ਇੱਥੇ ਬਿਸ਼ਾਰਤ ਸਾਹਿਬ ਬੈਠੇ, ਸਟਾਮ ਲਿਖਦੇ, ਦੋਵਾਂ ਪਾਰਟੀਆਂ ਨੂੰ ਬਰਾਬਰ ਹਾਫ ਤਕਸੀਮ ਹੁੰਦੇ, ਜਿੰਨੇ ਦਾ ਵੀ ਸਟੈਂਪ ਕਰਾਉਣਾ ਉਹ ਇੱਕ ਅੱਧੇ ਉਸ ਪਾਰਟੀ ਨੂੰ ਦੇਣੇ ਹੁੰਦੇ ਜਿਹੜੀ ਖਰੀਦ ਰਹੀ ਹੈ, ਅੱਧੇ ਉਸ ਪਾਰਟੀ ਨੂੰ ਦੇਣੇ ਹੁੰਦੇ ਜਿਹੜੀ ਸੇਲ ਕਰ ਰਹੀ ਹੈ। ਤੇ ਸਾਹਮਣੇ ਮਹਿਕਮਾ ਐਕਸਾਈਜ਼ ਦੇ ਭਾਈ ਹੋਣੀ ਬੈਠੇ, ਜਿੰਨੇ ਵੀ ਕਾਗਜ਼ ਨੇ ਉਹਨਾਂ ਨੂੰ ਵੈਰੀਫਾਈ ਕਰਦੇ ਨੇ। ਉਸ ਤੋਂ ਬਾਅਦ ਫਿਰ ਅੱਗੇ ਜਿਹੜੇ ਨਾ ਗੱਡੀ ਜਿਹੜੀ ਖਰੀਦਦਾਰ ਨੂੰ ਆਕਸ਼ਨ ਸ਼ੀਟ ਬਣਾ ਕੇ ਦਿੰਦੇ ਹੋ। ਹਾਂਜੀ ਆਕਸ਼ਨ ਸ਼ੀਟ, ਹਾਂਜੀ ਆਕਸ਼ਨ ਸ਼ੀਟ ਬਣਦੀ, ਫਿਰ ਉਹ ਪਾਕਿਸਤਾਨ ਦੇ ਵਿੱਚ ਉਹ ਕਿਤੇ ਵੀ ਜਿਹੜੀ ਨਾ ਚੈਲੰਜ ਨਹੀਂ ਹੋ ਸਕਦੀ। ਤੇ ਮਾਸ਼ਾਅੱਲਾ ਇਸ ਵਜ੍ਹਾ ਤੋਂ ਇਹ ਚੀਜ਼ ਹੈ ਕਿ ਇਹਨਾਂ ਨੂੰ ਕਾਮਯਾਬ ਕਰਨ ਵਾਲੀ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਸਕੈਮ ਹੋ ਜਾਂਦੇ ਸੀ ਲੋਕਾਂ ਨਾਲ, ਡੀਲਰ ਵੀ ਸਕੈਮ ਕਰ ਜਾਂਦੇ ਸੀ, ਫਿਰ ਡੀਲਰ ਜਦੋਂ ਨਿਕਲ ਜਾਂਦਾ ਸੀ ਫਿਰ ਆਪਸ ਖਰੀਦਦਾਰ ਜਾਂ ਫਰੋਖਤ ਕਰਨ ਵਾਲੇ ਆਪਸ ਦੇ ਵਿੱਚ ਗੁੱਥਮ ਗੁੱਥਾ ਹੁੰਦੇ ਸੀ, એનર્ਜੀ ਵੇਸਟ ਹੁੰਦੀ ਸੀ, ਪੈਸੇ ਵੇਸਟ ਹੁੰਦੇ ਸੀ, ਲੋਕ ਪਰੇਸ਼ਾਨ ਹੁੰਦੇ ਸੀ। ਤੇ ਸਭ ਤੋਂ ਵੱਡਾ ਪਰੇਸ਼ਾਨੀ ਦਾ ਹੱਲ ਇਹਨਾਂ ਨੇ ਆ ਕੀਤਾ, ਜਿਹੜਾ ਕਿ ਇਹਨਾਂ ਦੀ ਕਾਮਯਾਬੀ ਦਾ ਰਾਜ਼ ਵੀ ਹੈ। ਆਹ ਵੇਟਿੰਗ ਰੂਮ ਹੈ ਜਿੱਥੇ ਮੈਂ ਬੈਠਾ ਹੋਇਆ, ਸੋਫੇ ਲੱਗੇ ਹੋਏ, ਮੈਂ ਵੀ ਉਹਨਾਂ ਭਾਈਆਂ ਦਾ ਇੰਤਜ਼ਾਰ ਕਰ ਰਿਹਾ ਜਿਨ੍ਹਾਂ ਨੂੰ ਮੈਂ ਗੱਡੀ ਸੇਲ ਕੀਤੀ ਹੈ। ਆ ਰਹੇ ਉਹਨਾਂ ਨੂੰ ਫੋਨ ਕਰ ਦਿੱਤਾ, ਤਕਰੀਬਨ 5 ਤੋਂ 7 ਮਿੰਟ ਦੇ ਵਿੱਚ ਪਹੁੰਚਣ ਵਾਲੇ। ਉਨੀ ਦੇਰ ਤੱਕ ਮੈਂ ਇੱਥੇ ਬੈਠ ਕੇ ਉਹਨਾਂ ਦਾ ਵੇਟ ਕਰਾਂਗਾ। ਬੜਾ ਜ਼ਬਰਦਸਤ ਆਫਿਸ ਹੈ, ਜਿੰਨੇ ਵੀ ਇੱਥੇ ਖਰੀਦਦਾਰ ਜਾਂ ਫਰੋਖਤ ਕਿੰਦਾ ਤੁਸੀਂ ਕਹਿ ਲਓ, ਉਹ ਸਾਰੇ ਇੱਥੇ ਵੇਟ ਵੀ ਕਰਦੇ। ਬੜਾ ਅੱਛਾ ਮਾਹੌਲ, ਬੜਾ ਜ਼ਬਰਦਸਤ ਕੀਤਾ ਇਹਨਾਂ ਮਾਸ਼ਾਅੱਲਾ। ਹੁਣ ਤੁਹਾਨੂੰ ਉਹ ਜਗ੍ਹਾ ਦਿਖਾਉਂਦੇ ਆ ਕਿ ਜਿੱਥੇ ਕਿ ਦੂਰੋਂ ਦੂਰੋਂ ਲੋਕ ਆਉਂਦੇ, ਜਿਵੇਂ ਚੀਚਾਵਤਨੀਓਂ, ਹਾਸਲਪੁਰੋਂ, ਬਾਵਲਪੁਰੋਂ, ਬੜੀ ਦੂਰੋਂ ਲੋਕ ਆਉਂਦੇ ਸੇਲ ਕਰਨ ਗੱਡੀ। ਉਹਨਾਂ ਵਾਸਤੇ ਆ ਖੁਸੂਸੀ ਰਿਹਾਇਸ਼ਾਂ ਬਣੀਆਂ ਹੋਈਆਂ। ਆ ਦੇਖੋ ਤੁਸੀਂ ਕਮਰੇ ਬਣੇ ਹੋਏ, ਤੋੜੀ ਇੱਥੇ ਕਮਰਿਆਂ ਦੇ ਵਿੱਚ ਆ ਕੇ ਤੁਸੀਂ ਰਿਹਾਇਸ਼ ਵੀ ਕਰ ਸਕਦੇ ਹੋ। ਜੇ ਤੁਹਾਡੀ ਗੱਡੀ ਅਗਰ ਸੇਲ ਹੋ ਗਈ ਹੈ, ਕੋਈ ਡਾਕੂਮੈਂਟੇਸ਼ਨ ਡੇਟ ਹੈ, ਜਿਵੇਂ ਕਿ ਹੁੰਦਾ ਨਾ ਕਿ ਅਕਸਰ ਗੱਡੀ ਸੇਲ ਹੋ ਗਈ ਐਤਵਾਰ ਨੂੰ, ਲੇਕਿਨ ਉਹ ਰਸ਼ ਇੰਨਾ ਹੁੰਦਾ, ਸਾਰੀਆਂ ਗੱਡੀਆਂ ਦਾ ਇੱਕ ਦਿਨ ਦੇ ਵਿੱਚ ਡਾਕੂਮੈਂਟੇਸ਼ਨ ਕਲੀਅਰ ਨਹੀਂ ਹੁੰਦੀ। ਉਹ ਲੋਕਾਂ ਨੂੰ ਰਿਹਾਇਸ਼ ਦਾ ਵੀ ਪੂਰੀ ਸਹੂਲਤ ਇੱਥੇ ਦਿੱਤੀ ਗਈ ਹੈ, ਤਾਂ ਕਿ ਉਹ ਇੱਥੇ ਆ ਕੇ ਕਿਸੇ ਕਿਸਮ ਦਾ ਕੋਈ ਉਹਨਾਂ ਨੂੰ ਤੰਗੀ ਜਾਂ ਪਰੇਸ਼ਾਨੀ ਨਾ ਹੋਏ, ਆਪਣੀਆਂ ਗੱਡੀਆਂ ਇੱਥੇ ਖੜੀ ਕਰਨ ਤੇ ਉਸ ਤੋਂ ਬਾਅਦ ਫਿਰ ਇੱਥੇ ਆਪਣੀ ਰਿਹਾਇਸ਼ ਕਰ ਲੈਣ। ਮੈਂ ਤੁਹਾਨੂੰ ਕਮਰਾ ਅੰਦਰੋਂ ਦਿਖਾਣਾ ਤੇ ਤੁਸੀਂ ਦੇਖਣਾ ਕਿ ਕੈਸਾ VIP ਮਾਹੌਲ ਹੈ। ਆ ਦਰਵਾਜ਼ਾ ਲੱਗਾ ਖੋਲਿਆ, ਆ ਦੇਖੋ ਜੀ ਮਾਸ਼ਾਅੱਲਾ। ਆ ਹੈਗਾ ਕਮਰੇ ਦੀ ਅੰਦਰੋਂ ਹਾਲਤ, ਛੱਤ ਦੇਖ ਸਕਦੇ ਹੋ, ਕਮਰੇ ਦੇਖ ਸਕਦੇ ਹੋ, AC ਲੱਗਾ ਹੋਇਆ, ਪੱਖਾ ਆਲਰੇਡੀ ਚੱਲ ਰਿਹਾ, ਮੇਰੇ ਖਿਆਲ ਬੰਦ ਨਹੀਂ ਕੀਤਾ ਉਹਨਾਂ ਨੇ। ਅਗਰ ਤੁਸੀਂ ਲੋਕਰ ਕੋਈ ਚੀਜ਼ ਤੁਹਾਡੀ ਐਸੀ ਹੈ ਬਹੁਤ ਜ਼ਰੂਰੀ ਕਾਗਜ਼ਾਤ ਹੁੰਦੇ, ਉਹ ਤੁਸੀਂ ਲੋਕਰ ਦੀ ਚਾਬੀ ਲੈ ਕੇ ਤੇ ਲੋਕਰ ਦੇ ਵਿੱਚ ਰੱਖ ਸਕਦੇ ਹੋ। ਬਹੁਤ ਹੀ ਜ਼ਬਰਦਸਤ ਨਿਜ਼ਾਮ ਹੈ ਇੱਥੇ। ਹੁਣ ਤੁਹਾਨੂੰ ਇੱਧਰ ਦਾ ਨਜ਼ਾਰਾ ਕਰਾਈਆ, ਸੀੜੀਆਂ ਜਿਹੜੀਆਂ ਥੱਲੇ ਜਾ ਰਹੀਆਂ ਨਾ, ਇੱਧਰ ਗੱਡੀਆਂ ਵਗੈਰਾ ਖੜੀਆਂ, ਉੱਧਰ ਆਫਿਸ ਤੁਹਾਨੂੰ ਦਿਖਾਤਾ। ਆ ਜਿਹੜੀਆਂ ਸੀੜੀਆਂ ਜਾ ਰਹੀਆਂ ਥੱਲੇ, ਇੱਕ ਹੋਟਲ ਬਣਿਆ ਹੋਇਆ, ਯਾਨੀ ਕਿ ਦੂਰੋਂ ਲੋਕ ਆਉਂਦੇ ਨੇ, ਖਾਣੇ ਦਾ ਇੰਤਜ਼ਾਮ ਕਰਨਾ ਹੁੰਦਾ, ਉਹਨਾਂ ਦੇ ਰਿਹਾਇਸ਼ ਦਾ ਤੁਹਾਨੂੰ ਦਿਖਾਤਾ ਹੈ, ਰਿਹਾਇਸ਼ ਦਾ ਇੰਤਜ਼ਾਮ ਕਰਨਾ ਹੁੰਦਾ।
ਉਸ ਤੋਂ ਬਾਅਦ ਫਿਰ ਆ ਖਾਣੇ ਵਾਸਤੇ ਨਾ ਹੋਟਲ ਬਣਿਆ ਹੋਇਆ, ਮੈਂ ਤੁਹਾਨੂੰ ਦਿਖਾਣਾ। ਹੋਟਲ ਬੜਾ ਸਾਫ ਸੁਥਰਾ, ਇੱਕ ਸਟੋਰ ਵੀ ਬਣਿਆ ਹੋਇਆ, ਬੜਾ ਜ਼ਬਰਦਸਤ ਸਟੋਰ ਵੀ ਬਣਿਆ ਹੋਇਆ। ਇੱਥੇ ਤੁਸੀਂ ਆ ਕੇ ਖਾਣਾ ਖਾ ਸਕਦੇ ਹੋ। ਖਾਣੇ ਦੀ ਕੀਮਤ ਵੀ ਮੁਨਾਸਬ ਹੈ ਤੇ ਮਿਆਰੀ ਖਾਣਾ ਤੁਹਾਨੂੰ ਮਿਲੇਗਾ ਇਨਸ਼ਾਅੱਲਾ। ਮੈਂ ਇਸ ਟਾਈਮ ਹੋਟਲ ਦੀ ਉਸ ਜਗ੍ਹਾ ਤੇ ਬੈਠਾ ਜਿਹਨੂੰ ਟੇਬਲ ਵਗੈਰਾ ਕਹਿੰਦੇ। ਇੱਥੇ ਬੈਠ ਕੇ ਤੁਸੀਂ ਖਾਣਾ ਖਾ ਸਕਦੇ ਹੋ, ਚਾਹ ਪੀ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਬਾਹਰੋਂ ਮਾਹੌਲ ਤੁਸੀਂ ਦੇਖ ਸਕਦੇ ਹੋ ਕਿੱਡਾ ਜ਼ਬਰਦਸਤ। ਸੜਕ ਦੀ ਦੂਸਰੀ ਤਰਫ ਤੁਹਾਨੂੰ ਝੋਨੇ ਦੇ ਖੇਤ ਨਜ਼ਰ ਆ ਰਹੇ ਹੋਣਗੇ ਤੇ ਇੱਧਰ ਡੋਗਰ ਮੋਟਰਸ। ਸ਼ਾਹਕੋਟ ਤੋਂ ਤਕਰੀਬਨ 3 ਤੋਂ 3.5 ਜਾਂ 4 ਕਿਲੋਮੀਟਰ ਦੇ ਫਾਸਲੇ ਤੇ ਇਹ ਡੋਗਰ ਮੋਟਰ ਹੈ। ਜਦੋਂ ਲਾਹੌਰ ਨੂੰ ਜਾਂਦੇ ਸ਼ਾਹਕੋਟ ਤੋਂ ਉਦੋਂ ਆਉਂਦਾ। ਖਾਣਾ ਤੁਹਾਨੂੰ ਦਿਖਾਈਏ ਕਿ ਲਾਈਵ ਬਣ ਰਿਹਾ। ਉਹ ਸਾਹਮਣੇ ਭਾਈ ਹੋਰੀ ਚਾਹ ਬਣਾ ਰਹੇ, ਇੱਥੇ ਖਾਣਾ ਬਣਦਾ ਪ੍ਰੋਪਰ, ਬਿਲਕੁਲ ਸਾਫ ਸੁਥਰਾ ਮਾਹੌਲ ਹੈ ਮਾਸ਼ਾਅੱਲਾ। ਤੇ ਆ ਭਾਈ ਇਹਨਾਂ ਨੂੰ ਕੀ ਕਹਿੰਦੇ ਟੇਬਲਾਂ ਨੂੰ? ਫੱਟੇ 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 ਅੱਛਾ ਫੱਟੇ ਫੱਟੇ ਹਾਂ, ਫੱਟੇ ਲੱਗੇ ਹੋਏ। ਫੱਟਿਆਂ ਦੇ ਉੱਤੇ ਦਰੀਆਂ ਕਲੀਨ ਵਿਛੇ ਹੋਏ, ਬੜੇ ਜ਼ਬਰਦਸਤ। ਇਹਨਾਂ ਨੂੰ ਦਸਤਰਖਾਨ ਵੀ ਕਹਿੰਦੇ, ਕਲੀਨ ਵੀ ਕਹਿੰਦੇ, ਜਾਂ ਜੋ ਤੁਸੀਂ ਕਹਿ ਲਓ। ਬੜਾ ਹੀ ਜ਼ਬਰਦਸਤ ਮਾਹੌਲ ਹੈ, ਇੱਕ ਓਪਨ ਏਰੀਆ, ਠੰਡੀ ਠੰਡੀ ਹਵਾ ਚੱਲ ਰਹੀ ਹੈ, ਮੌਸਮ ਬੜਾ ਪਿਆਰਾ ਹੈ। ਤੁਸੀਂ ਵੀ ਇੰਜੋਏ ਕਰੋਗੇ ਤੇ ਗੱਡੀ ਸੇਲ ਹੋਏਗੀ ਲਾਜ਼ਮੀ ਹੋਏਗੀ। ਤੇ ਤੁਹਾਨੂੰ ਇੱਕ ਪ੍ਰੋਪਰ ਮਾਕੂਲ ਜਿਹੜੀ ਕੀਮਤ ਹੈ ਉਹ ਇੱਥੇ ਆ ਕੇ ਮਿਲ ਗਿਆ। ਦੇਖੋ ਤੁਸੀਂ ਕੱਲ ਕਿੰਨੀਆਂ ਗੱਡੀਆਂ ਜਿਹੜੀਆਂ ਇੱਥੇ ਸੇਲ ਹੋਈਆਂ। ਹਾਲਾਂਕਿ ਇਸ ਟਾਈਮ ਮਾਰਕੀਟ ਚੱਲ ਰਹੀ ਹੈ, ਕਾਫੀ ਡਾਊਨ ਜਾ ਰਹੀ ਹੈ, ਲੇਕਿਨ ਉਸ ਦੇ ਬਾਵਜੂਦ ਲੋਕੀ ਬੜੀ ਦੂਰੋਂ ਆ ਕੇ ਇੱਥੇ ਗੱਡੀਆਂ ਸੇਲ ਕਰਕੇ ਜਾਂਦੇ। ਤੁਹਾਨੂੰ ਹੁਣ ਉਹ ਭਾਈਆਂ ਨਾਲ ਮਿਲਾਨੇ ਆ ਜਿਨ੍ਹਾਂ ਨੇ ਗੱਡੀ ਮੇਰੇ ਕੋਲੋਂ ਖਰੀਦੀ ਹੈ। ਤੇ ਸਾਹਮਣੇ ਖੜੇ ਮਹਿਮੂਦ ਸਾਹਿਬ। ਕੀ ਹਾਲ ਭਾਈਜਾਨ, ਠੀਕ ਹੋ? ਜੀ ਜੀ ਅੱਲਾਹ ਸ਼ੁਕਰ। ਹੋਰ ਸਿਹਤ ਵੀ ਠੀਕ ਹੈ ਤੁਹਾਡੀ? ਮਾਸ਼ਾਅੱਲਾ, ਗੱਡੀ ਤੁਹਾਨੂੰ ਮੁਬਾਰਕ ਹੋਏ ਜੀ। ਖੈਰ ਅਸੀਂ ਤੇ ਇਸ ਤਰ੍ਹਾਂ ਰੱਖੀ, ਤੁਸੀਂ ਤੇ ਸ਼ਾਇਦ ਇਹਨੂੰ ਕੱਢ ਦਿਓ ਹੋਰ 2-4 ਦਿਨ ਰੱਖ ਕੇ, ਲੇਕਿਨ ਅਸੀਂ ਇਹਨੂੰ ਇਸ ਤਰ੍ਹਾਂ ਰੱਖਿਆ ਜਿਵੇਂ ਸਾਡੇ ਫੈਮਿਲੀ ਦਾ ਮੈਂਬਰ ਹੁੰਦਾ ਨਾ। ਬਿਲਕੁਲ ਪਹਿਲੀ ਗੱਡੀ ਸੀ ਸਾਡੀ ਤੇ ਰੱਖੀ ਵੀ ਇਸ ਤਰ੍ਹਾਂ ਹੀ ਸੀ। ਅੱਲਾਹ ਹੁਣ ਤੁਹਾਡੇ ਨਸੀਬਾਂ 'ਚ ਕਰੇ। ਜੀ ਆਮੀਨ ਜੀ। ਅਸਲਾਮ ਵਾਲੇਕਮ ਜੀ। ਮੇਰੇ ਨਾਲ ਭਾਈ ਹੁਣੀ ਜੌਲਾਂ ਤੋਂ, ਕੀ ਨਾ ਭਾਈਆਂ ਤਾਹਰ ਜੱਟ ਸਾਹਿਬ ਨੇ ਜੌਲਾਂ ਤੋਂ ਆਏ ਨੇ। ਰਾਤੀ ਮਾਸ਼ਾਅੱਲਾ ਇਹਨਾਂ ਗੱਡੀ ਵੇਚੀ ਹੈ ਸੈਂਟਰੋ 2003 ਮਾਡਲ, ਫੈਸਲਾਬਾਦ ਦਾ ਨੰਬਰ ਆ। ਤੇ ਮਾਸ਼ਾਅੱਲਾ ਫਿਰ ਇੱਥੇ ਵੇਚ ਕੇ ਗਏ ਨੇ। ਔਰ ਡੋਗਰ ਮੋਟਰ ਮੇਨ ਬ੍ਰਾਂਚ ਸ਼ਾਹਕੋਟ ਤੋਂ ਮੈਂ ਮਲਕ ਮਹਿਮੂਦ ਬਾਤ ਕਰ ਰਿਹਾ। ਤੇ ਮਾਸ਼ਾਅੱਲਾ ਜਿਵੇਂ ਕਿ ਸਾਡੇ ਕੋਲ ਬੁੱਧ ਔਰ ਜੁਮਾ ਔਰ ਤਵਾਰ ਬਾਜ਼ਾਰ ਬਹੁਤ ਅੱਛਾ ਲੱਗਿਆ ਕੱਲ ਤਵਾਰ ਬਾਜ਼ਾਰ। ਇਸੇ ਤਰੀਕੇ ਨਾਲ ਆਓ, ਤੁਸੀਂ ਗੱਡੀ ਸੇਲ ਕਰਨੀ ਔਰ ਵੇਚਣੀ ਔਰ ਪਰਚੇਜ ਕਰਨੀ, ਔਰ ਗੱਡੀ ਸੇਲ ਕਰਨੀ ਹੋਵੇ ਬੁੱਧ ਜੁਮਾ ਔਰ ਤਵਾਰ ਵਾਲੇ ਦਿਨ ਤੁਸੀਂ ਆਓ। ਜਿਸ ਭਾਈ ਨੇ ਗੱਡੀ ਸੇਲ ਕਰਨੀ ਔਰ ਜਿਸ ਭਾਈ ਨੇ ਲੈਣੀ ਹੋਵੇ ਤੇ ਇਨਸ਼ਾਅੱਲਾ ਤੁਸੀਂ ਦੱਸੋ ਜੀ ਤੁਹਾਨੂੰ ਇੱਥੇ ਡੋਗਰ ਮੋਟਰ ਤੇ ਆ ਕੇ ਕਿਹਦਾ ਲੱਗਾ? ਡੋਗਰ ਮੋਟਰ ਤੇ ਆ ਕੇ ਮੈਂ ਲੋਕਾਂ ਦੇ ਜਿਹੜੇ ਕਮੈਂਟਸ ਇਹਨਾਂ ਸੁਣੇ ਨੇ, ਉਹ ਕਹਿੰਦੇ ਯਾਰ ਇੱਥੇ ਨਾ ਤੇ ਕੋਈ 2 ਨੰਬਰੀ ਦਾ ਚਾਂਸ ਹੈਗਾ। ਲੋਕ ਚੀਚਾਵਤਰੀ ਤੋਂ ਆਏ ਸੀ, ਲੇਕਿਨ ਉਹਨਾਂ ਨੇ ਕਿਹਾ ਕੋਈ ਨਹੀਂ, ਲੇਕਿਨ ਇਹ ਚੀਜ਼ ਜਿਹੜੀ ਨਾ ਇਹ ਹੈਗੀ ਅਥੈਂਟਿਕ। ਇੱਥੇ ਤੁਹਾਡੇ ਨਾਲ 2 ਨੰਬਰੀ ਨਹੀਂ ਹੋ ਸਕਦੀ। ਤੁਸੀਂ 10 12 20 30 ਸਾਲ ਬਾਅਦ ਵੀ ਵੈਰੀਫਿਕੇਸ਼ਨ ਕਰਵਾਓ ਕਿਤੋਂ ਵੀ, ਕੋਈ ਤੁਹਾਨੂੰ ਚੈਲੰਜ ਨਹੀਂ ਕਰ ਸਕਦਾ ਕਿ ਡੋਗਰ ਮੋਟਰ ਦੇ ਕਾਗਜ਼ਾਤ ਜਿਹੜੇ ਨੇ ਇਹ ਜੇਲੀ ਆਕਸ਼ਨ ਸ਼ੀਟ ਹੈ ਜਾਂ ਕੋਈ ਇਹਦੇ ਵਿੱਚ ਕੋਈ ਇਸ਼ੂ ਹੈ। ਬਾਕੀ ਤੁਸੀਂ ਗੱਡੀ ਲੈ ਰਹੇ ਹੋ, ਤੁਹਾਡਾ ਆਪਸ ਦੇ ਵਿੱਚ ਇੰਨਾ ਕੁ ਟਰਸਟ ਹੈਗਾ। ਜਿਹੜਾ ਡੋਗਰ ਮੋਟਰ ਦਾ ਇੱਕ ਨਾਮ ਬਣਿਆ ਨਾ, ਉਹ ਇਸੇ ਤੋਂ ਬਣਿਆ, ਇਸੇ ਤੋਂ ਕਾਮਯਾਬ ਹੋਈ ਹੈ ਕਿ ਲੋਕੀ ਅੱਖਾਂ ਬੰਦ ਕਰਕੇ ਟਰਸਟ ਕਰਦੇ ਪਏ ਨੇ। ਮਾਸ਼ਾਅੱਲਾ ਮਹਿਮੂਦ ਸਾਹਿਬ, ਹਾਂਜੀ ਮਹਿਮੂਦ ਸਾਹਿਬ ਵੀ ਇਹਨਾਂ ਦੇ ਇਦਾਰੇ ਦੇ ਨਾਲ ਨਾ ਮੁਨਸਲਿਕ ਨੇ। ਤੇ ਇਹਨਾਂ ਦੇ ਜਿੰਨੀਆਂ ਵੀ ਗੱਡੀਆਂ ਤੁਸੀਂ ਦੇਖ ਲਓ ਸਾਰੀਆਂ ਗੱਡੀਆਂ ਦੀ ਸਾਰੀਆਂ ਗੱਡੀਆਂ ਸੇਲ ਹੋ ਗਈਆਂ। ਕੱਲ ਤਵਾਰ ਬਾਜ਼ਾਰ ਸੀ, ਬਹੁਤ ਅੱਛਾ ਬਾਜ਼ਾਰ ਲੱਗਾ। ਕੱਲ ਤਵਾਰ ਬਾਜ਼ਾਰ ਸੀ, ਇੱਥੇ ਬਹੁਤ ਜ਼ਬਰਦਸਤ ਬਾਜ਼ਾਰ ਲੱਗਾ ਸੀ, ਬਹੁਤ ਰਸ਼ ਸੀ। ਜਿਹੜੀ ਤੁਸੀਂ ਗੱਡੀ ਇੱਕ ਵਾਰੀ ਲੈਣ ਦੀ ਹੈ ਨਾ, ਹੋ ਸਕਦਾ ਤੁਹਾਨੂੰ ਥੋੜੀ ਜਿਹੀ ਪ੍ਰਾਈਸ ਜਿਹੜੀ ਡਿਮਾਂਡ ਕੀਤੀ, ਬੰਦਾ ਹਰ ਕੋਈ ਆਪਣੇ ਹਿਸਾਬ ਨਾਲ ਕਰਦਾ, ਲੇਕਿਨ ਤੁਹਾਡੀ ਗੱਡੀ ਇੱਥੇ ਸੇਲ ਹੋ ਜਾਂਦੀ। ਸਭ ਤੋਂ ਵੱਡੀ ਗੱਲ ਇਹ ਵੇ ਕੋਈ ਬਾਹਰ ਨਹੀਂ ਆ ਰਿਹਾ, ਕੋਈ ਤੁਹਾਨੂੰ ਇੱਥੋਂ ਹੀ ਕੋਈ ਨਾ ਕੋਈ ਇਨਵੈਸਟਰ ਮਿਲ ਜਾਏਗਾ ਜਿਹੜਾ ਤੁਹਾਡੀ ਔਨ ਦੀ ਸਪੋਟ ਗੱਡੀ ਖਰੀਦ ਲੈਂਦਾ। ਮੈਂ ਭਾਈ ਉਹਨਾਂ ਦੇ ਕੋਲ ਗਿਆ ਸੀ, ਇਹਨਾਂ ਕਿਹਾ ਸੀ ਡੋਗਰ ਮੋਟਰ ਤੇ ਲੈ ਕੇ ਆਓ, ਤੁਹਾਡੀ ਉੱਥੇ ਗੱਡੀ ਸੇਲ ਕਰਦੇ ਆ। ਹਾਂਜੀ, ਤੇ ਇੱਥੇ ਮੇਰੇ ਖਿਆਲ ਅੱਧਾ ਪੌਣਾ ਘੰਟਾ ਖੜੀ ਕੀਤੀ ਹੈ। ਬੋਲੀ ਲੱਗਦੀ, ਬਾਰੀ ਬੋਲੀ ਲੱਗਦੀ। ਜਦੋਂ ਗੱਡੀ ਤੁਹਾਡੀ ਦੀ ਵਾਰੀ ਆਉਂਦੀ ਹੈ ਉਹਦੇ ਉੱਤੇ ਫਿਰ ਬੋਲੀ ਲੱਗਦੀ। ਬਹੁਤ ਸਾਰੇ ਲੋਕ ਮੁਖਤਲਿਫ ਆਏ ਹੁੰਦੇ ਇੱਥੇ, ਜਿੰਨੇ ਵੀ ਖਰੀਦਣ ਵਾਲੇ ਹੁੰਦੇ ਜਾਂ ਇਨਵੈਸਟਰ ਹੁੰਦੇ, ਉਹ ਆਪਣੀ ਬੋਲੀ ਲਾਉਂਦੇ। ਜਿੱਥੇ ਤੁਹਾਨੂੰ ਬਿਹਤਰ ਲੱਗੇ ਤੁਸੀਂ ਕੱਢਦੇ ਨਹੀਂ, ਜਿੱਥੇ ਇਨਵੈਸਟਰ ਨੂੰ ਬਿਹਤਰ ਲੱਗਦਾ ਉਹ ਖਰੀਦ ਲੈਂਦਾ, ਜਾਂ ਜਿੱਥੇ ਬਾਹਰ ਨੂੰ ਬਿਹਤਰ ਲੱਗਦਾ ਉਹ ਗੱਡੀ ਖਰੀਦ ਲੈਂਦਾ। ਤੇ ਬਹੁਤ ਜ਼ਬਰਦਸਤ ਅਦਾਰਾ ਮਾਸ਼ਾਅੱਲਾ। ਗੱਡੀ ਤੇ ਸੇਲ ਕਰਨੀ ਥੋੜਾ ਜਿਹਾ ਦੁੱਖ ਹੋ ਰਿਹਾ ਸੀ, ਲੇਕਿਨ ਨਾਲ ਮੈਂ ਕਿਹਾ ਤੁਹਾਨੂੰ ਡੋਗਰ ਮੋਟਰ ਦੀ ਇਨਫੋਰਮੇਸ਼ਨ ਵੀ ਸ਼ੇਅਰ ਕਰੀਏ ਕਿ ਕਿੱਡਾ ਜ਼ਬਰਦਸਤ ਅਦਾਰਾ ਹੈ ਤੇ ਤੁਸੀਂ ਅੱਖਾਂ ਬੰਦ ਕਰਕੇ ਇਹਦੇ ਤੇ ਐਤਮਾਦ ਕਰ ਸਕਦੇ ਹੋ। ਤੇ ਹੋ ਸਕਦਾ ਕਿ ਮਹਿਮੂਦ ਸਾਹਿਬ ਤੁਹਾਡਾ ਨੰਬਰ ਸ਼ੇਅਰ ਕਰ ਦਈਏ ਵਿੱਚ ਜੀ ਕਰ। ਤੇ ਇਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਮਹਿਮੂਦ ਸਾਹਿਬ ਨੇ। ਤੁਸੀਂ ਅਗਰ ਗੱਡੀ ਸੇਲ ਕਰਨੀ, ਪਰਚੇਜ਼ ਕਰਨੀ ਤੇ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਜੇ ਤੁਸੀਂ ਕਿਸੇ ਦੂਸਰੇ ਸ਼ਹਿਰ ਤੋਂ ਵੀ ਆਣਾ। ਮੈਂ ਤੇ ਮਹਿਮੂਦ ਸਾਹਿਬ ਇੱਥੇ ਹੁਣ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਾਂ। ਜਿਵੇਂ ਮਹਿਕਮਾ ਐਕਸਾਈਜ਼ ਵਾਲੇ ਭਾਈ ਫ੍ਰੀ ਹੋਣਗੇ, ਆਹ ਬੰਦਿਆਂ ਨੂੰ ਫਾਰਗ ਕਰਨਗੇ, ਉਸ ਤੋਂ ਬਾਅਦ ਫਿਰ ਸਾਡੀ ਵਾਰੀ ਆਏਗੀ, ਸਾਡੇ ਕਾਗਜ਼ਾਂ ਦੀ ਵੈਰੀਫਿਕੇਸ਼ਨ ਹੋਏਗੀ। ਵੈਰੀਫਿਕੇਸ਼ਨ ਤੋਂ ਬਾਅਦ ਫਿਰ ਪ੍ਰੋਪਰ ਐਨਵੈਲਪ ਬਣਾ ਕੇ ਉਹਦੇ ਉੱਤੇ ਹਰ ਚੀਜ਼ ਲਿਖ ਕੇ ਮੈਂਸ਼ਨ ਕਰਕੇ ਤੇ ਫਿਰ ਤੁਹਾਨੂੰ ਦੇ ਦੇਣਗੇ ਭਾਈ ਆਹ ਤੁਹਾਡੀ ਫਾਈਲ ਬਣ ਗਈ। ਹੁਣ ਤੁਹਾਡੀ ਮੁਲਾਕਾਤ ਮੈਂ ਕਰਵਾਉਣਾ ਸਰਦਾਰ ਅਲੀ ਭਾਈ ਡੋਗਰ ਸਾਹਿਬ ਦੇ ਵਾਲਿਦ ਸਾਹਿਬ ਸਰਦਾਰ ਬੂਟਾ ਸਾਹਿਬ। अस्सलाम वालेकुम सर, की हाल है? ठीक हो? वालेकुम अस्सलाम। और सब खैरियत है?
A1 ਮਾਸ਼ਾਅੱਲਾ ਤੁਹਾਡੇ ਕੋਲ ਆਏ ਆ ਤੇ ਬੜਾ ਹੀ ਅੱਛਾ ਲੱਗਾ। ਗੱਡੀ ਜਿਹੜੀ ਨਾ ਬੜੇ ਟਾਈਮ ਤੇ ਨਿਕਲ ਗਈ, ਸੇਲ ਕਰਨਾ ਚਾਹੁੰਦੇ ਸਾਂ ਤੇ ਮਾਸ਼ਾਅੱਲਾ ਐਕਸਪੀਰੀਅੰਸ ਬਹੁਤ ਜ਼ਬਰਦਸਤ ਰਿਹਾ। ਤੁਸੀਂ ਦੱਸੋ ਕਿ ਤੁਸੀਂ ਇੰਨੀ ਜਿਹੜੀ ਤਰੱਕੀ ਕੀਤੀ ਜਾਂ ਪਹੁੰਚੇ ਇਸ ਲੈਵਲ ਤੇ, ਕੀ ਤੁਹਾਡੇ 'ਚ ਖਸੂਸੀਅਤ ਕੀ ਸੀ? ਖਸੂਸੀਅਤ ਤੇ ਅਸੀਂ ਤਾਂ ਕੁਝ ਵੀ ਨਹੀਂ, ਇਹ ਮੇਰੇ ਮੌਲਾ ਦਾ ਹੀ ਕਰਮ ਹੈ ਬਿਲਕੁਲ ਜੀ ਬਿਲਕੁਲ। ਤੇ ਉਹਦੀ ਬਸ ਨਜ਼ਰ ਸਵੱਲੀ ਹੋਈ ਹੈ ਤੇ ਨਿਆਰੇ ਔਰ ਗੱਲ ਹੈ ਨੀਅਤ ਵੱਲ ਮੁਰਾਦ, ਜੀ ਤੇ ਨੀਅਤ ਵੱਲ ਮੁਰਾਦ ਵੀ ਹੈ ਤੇ ਨੀਅਤ ਵੱਲ ਮੌਤ ਵੀ ਹੈ। ਮੌਤ ਦਾ ਮਤਲਬ ਜਿੰਨੇ ਹੇਰਾ ਫੇਰੀ ਬੇਈਮਾਨੀ ਕਰਨੀ ਉਹਨੇ ਕੁੱਤੇ ਦੀ ਮੌਤੇ ਮਰਨੀ। ਬਿਲਕੁਲ ਬਿਲਕੁਲ ਸਹੀ ਫਰਮਾ ਰਹੇ ਕਿ 100% ਇੱਥੇ ਤੁਸੀਂ ਜਦੋਂ ਆਕਸ਼ਨ ਸ਼ੀਟ ਬਣ ਜਾਂਦੀ ਹੈ ਨਾ, ਫਿਰ ਤੁਹਾਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ। ਪਾਕਿਸਤਾਨ ਦੇ ਕਿਸੇ ਵੀ ਕੋਨੇ ਤੇ ਜਾ ਕੇ ਤੁਸੀਂ ਗੱਡੀ ਸੇਲ ਕਰ ਸਕਦੇ ਹੋ। ਇਹ ਸ਼ਹਜ਼ਾਦ ਭਾਈ ਦੇ ਵਾਲਦ ਸਾਹਿਬ ਨੇ ਤੇ ਅਲੀ ਭਾਈ ਦੇ ਵਾਲਦ ਸਾਹਿਬ ਨੇ। ਸਾਨੂੰ ਆਪਣੇ ਆਪ ਤੇ ਫਖਰ ਹੈ, ਮਾਣ ਹੈ, ਅੱਲਾਹ ਤਾਲਾ ਤੋਂ ਡਰ ਕੇ ਗੱਲ ਕਹਿੰਦੇ ਆ। ਅਸੀਂ ਤਾਂ ਹੀ ਅੱਗੇ ਅੱਗੇ ਜਿਹੜਾ ਅੱਲਾਹ ਤਾਲਾ ਦੀ ਨਜ਼ਰ ਸਵੱਲੀ ਹੋਈ ਤਰੱਕੀ ਪਾ ਰਹੇ। ਇਹ ਪਹਿਲੇ ਜਲੀਲ ਗਾਰਡਨ ਤੋਂ ਬਾਅਦ ਹੈ ਇਹ ਸ਼ਾਹਕੋਟ, ਇਸ ਤੋਂ ਬਾਅਦ ਆ ਹੁਣ ਮੰਡੀ ਬਾਉਦੀਨ ਖੋਲੀ ਬ੍ਰਾਂਚ। ਆ 31 ਤਰੀਕ ਜਿਹੜੀ ਆਪਣੀ ਗਾਟਾ ਵਾਲੇ ਫੈਸਲਾਬਾਦ ਗਾਟਾ ਵਾਲੇ ਵੀ ਠੀਕ। ਥੈਂਕ ਯੂ ਸੋ ਮਚ ਸਰ, ਬਹੁਤ ਸ਼ੁਕਰੀਆ, ਤੁਹਾਡੇ ਨਾਲ ਮਿਲ ਕੇ ਖੁਸ਼ੀ ਹੋਈ ਬੜੀ। ਤੇ ਫਿਰ ਇਨਸ਼ਾਅੱਲਾ ਮਿਲਦੇ ਰਹਾਂਗੇ। ਨੈਕਸਟ ਗੱਡੀ ਲੈਣੀ ਤੇ ਤੁਹਾਡੇ ਕੋਲ ਹੀ ਆਵਾਂਗੇ। ਓਕੇ ਲਓ ਤੁਸੀਂ ਆਪਣਾ